ਸ਼ਲੋਕ ਮਹਿਲਾ ਚੌਥਾ। ਧੁਰ ਮਾਰੇ ਪੂਰੈ ਸਤਿਗੁਰੂ, ਸੇਈ ਹੁਣ ਸਤਿਗੁਰ ਮਾਰੇ। ਜੇ ਮੇਲਣ ਨੋ ਬਹੁ ਤੇਰਾ ਲੋਚੀਐ, ਨਾ ਦੇਈ ਮਿਲਣ ਕਰਤਾਰੇ। ਸਤ ਸੰਗਤ ਢੋਈ ਨਾਲ ਹਨ, ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੈ ਹੁਣ ਉਹਨਾਂ ਨਾਉ, ਤਿਸ ਮਾਰੇ ਜਮ ਜੰਦਾਰੇ। ਗੁਰ ਬਾਬੈ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੁੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਜੋ ਇੱਛੈ ਸੋ ਫਲ ਪਾਈ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰ ਧਾਰੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਜਨ ਨਾਨਕ ਮੰਗੈ ਧੂੜ ਤਿਨਾ, ਜੋ ਗੁਰ ਸਿੱਖ ਮਿਤ ਪਿਆਰੇ। ਮਹਿਲਾ ਚੌਥਾ। ਜਿਨ ਕੋ ਆਪ ਦੇ ਵਡਿਆਈ, ਜਗਤ ਪਿਆਪੇ ਆਣ ਤਿਨ ਕੋ ਪੈਰੀ ਪਾਏ। ਡਰੀਐ ਤਾਂ ਜੇ ਕਿਛ ਆਪ ਦੁਖ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹ ਅਖਾੜਾ, ਹਰ ਪ੍ਰੀਤਮ ਸੱਚੇ ਕਾ। ਜਿਨ ਆਪਣੇ ਜੋਰ ਸਭ ਆਣ ਨਿਭਾਏ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ, ਨਿਤ ਚੜ੍ਹੈ ਸਵਾਈ। ਹਰ ਕੀਰਤ ਭਗਤ ਨਿਤ ਆਪ ਕਰਾਏ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਗੁਰ ਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ। ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। ਸੱਚ ਪੂੰਜੀ ਨਾਮ ਦ੍ਰਿੜਾਏ ਪ੍ਰਭ, ਬਣਜਾਰੇ ਥਾਰੇ। ਸਭ ਸੇਵੈ ਸੱਚ ਬਣੰਜ ਲਹੈ, ਗੁਣ ਕਥੈ ਨਿਰਾਰੇ। ਸੇਵਕ ਪਾਏ ਜੋ ਜਨ ਮਿਲੇ, ਗੁਰ ਸ਼ਬਦ ਸਵਾਰੇ।
ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਵਾਰ ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 308। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਰਾਹੀਂ ਕਹਿ ਰਹੇ ਨੇ, ਸਮਝਾ ਰਹੇ ਨੇ। ਸ਼ਲੋਕ ਮਹਿਲਾ ਚੌਥਾ। ਧੁਰ ਮਾਰੇ ਪੂਰੇ ਸਤਿਗੁਰੂ, ਸਹੀ ਹੁਣ ਸਤਿਗੁਰ ਮਾਰੇ। ਧੁਰ ਦਾ ਅਰਥ ਹੁੰਦਾ ਜੀ ਧੁਰ ਤੋਂ, ਮੁੱਢ ਤੋਂ। ਪਾਤਸ਼ਾਹ ਜੀ ਕਹਿ ਰਹੇ ਨੇ, ਉਸ ਮਨਮੁਖ ਦੀ ਗੱਲ ਕਰ ਰਹੇ ਨੇ ਜੋ ਗੁਰੂ ਤੋਂ ਟੁੱਟਿਆ ਹੋਇਆ ਹੈ, ਜਿਹਨੂੰ ਗੁਰੂ ਵੱਲੋਂ ਮਾਰ ਪੈਂਦੀ ਹੈ। ਕਿਵੇਂ ਪੈਂਦੀ ਹੈ ਮਾਰ? ਪਾਤਸ਼ਾਹ ਜੀ ਕਹਿੰਦੇ ਜਿਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਟਕਾਰੇ ਹੋਏ ਹਨ, ਉਹ ਹੁਣ ਸਤਿਗੁਰੂ ਵੱਲੋਂ ਮਾਰੇ ਗਏ ਹਨ। ਭਾਵ ਸਤਿਗੁਰੂ ਵੱਲੋਂ ਮਨਮੁਖ ਹੋਏ ਹਨ। ਜੇ ਉਹਨਾਂ ਨੂੰ ਸਤਿਗੁਰੂ ਨਾਲ ਮਿਲਣ ਲਈ ਕੋਈ ਬਥੇਰੀ ਤਾਂਘ ਵੀ ਕਰੀਏ, ਜੇ ਕੋਈ ਆਖੇ ਮੈਂ ਆਪਣੀ ਬਲ ਦੇ ਨਾਲ, ਜ਼ੋਰ ਨਾਲ, ਤਾਂਘ ਨਾਲ ਇਹਨਾਂ ਨੂੰ ਮਿਲਾ ਦੇਣਾ, ਪਾਤਸ਼ਾਹ ਜੀ ਕਹਿੰਦੇ ਉਹ ਮਿਲਾ ਨਹੀਂ ਸਕਦਾ। ਹੁਣ ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਸ ਬੰਦੇ ਦੀ, ਉਸ ਮਨੁੱਖ ਦੀ ਗੱਲ ਕਰ ਰਹੇ ਨੇ ਜੋ ਟੁੱਟ ਗਿਆ ਗੁਰੂ ਨਾਲੋਂ, ਗੁਰੂ ਦੀ ਵਿਚਾਰ ਨਾਲੋਂ। ਜਦੋਂ ਅਸੀਂ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ ਜੀ, ਜਿਸ ਮਨੁੱਖ ਨੇ ਗੁਰੂ ਦੀ ਗੱਲ ਹਿਰਦੇ ਅੰਦਰ ਵਸਾਈ ਨਹੀਂ, ਜਿਸ ਬੰਦੇ ਨੇ ਗੁਰੂ ਦੀ ਵਿਚਾਰ ਤੇ ਅਮਲ ਨਹੀਂ ਕੀਤਾ, ਟੁੱਟਿਆ ਹੋਇਆ। ਸਤਿਗੁਰੂ ਮਹਾਰਾਜ ਬਾਣੀ ਅੰਦਰ ਬਹੁਤ ਥਾਵੇਂ ਜ਼ਿਕਰ ਕਰਦੇ ਨੇ, ਸੀਸ ਨਿਵਾਇਆ ਕਿਆ ਥੀ ਜਾਂ ਹਿਰਦੇ ਕੁਸ਼ੁੱਧੇ ਜਾਹੇ। ਸੀਸ ਝੁਕਾਉਣ ਦਾ ਕੀ ਫਾਇਦਾ ਜੇ ਹਿਰਦੇ ਅੰਦਰੋਂ ਕੁਸ਼ੁੱਧਤਾ ਨਹੀਂ ਜਾਂਦੀ, ਭੈੜਾਪਣ ਨਹੀਂ ਜਾਂਦਾ, ਮਾੜੀ ਵਿਚਾਰ ਨਹੀਂ ਜਾਂਦੀ। ਗੁਰੂ ਨੇ ਤੇਰਾ ਸਿਰ ਝੁਕਾਉਣਾ ਵੀ ਪ੍ਰਵਾਨ ਨਹੀਂ ਕੀਤਾ, ਕਿਉਂਕਿ ਇਹੋ ਜਿਹੇ ਲੋਕ ਮਹਾਰਾਜ ਕਹਿੰਦੇ ਉਹ ਮਾਰੇ ਹੋਏ ਨੇ, ਫਟਕਾਰੇ ਹੋਏ ਨੇ ਗੁਰੂ ਵੱਲੋਂ। ਗੁਰੂ ਦੀ ਫਟਕਾਰ ਬਹੁਤ ਭੈੜੀ ਹੈ ਜੇ ਫਟਕਾਰ ਪੈ ਜਾਵੇ। ਵੈਸੇ ਗੁਰੂ ਹਰ ਇੱਕ ਨੂੰ ਆਦਰ ਦਿੰਦਾ, ਮਾਣ ਦਿੰਦਾ, ਕਲਵਕੜੀ ਨਾਲ ਲਾਉਂਦਾ। ਫਟਕਾਰ ਕਿਹਨੂੰ ਪੈਂਦੀ ਹੈ? ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ, ਉਸ ਬੰਦੇ ਨੂੰ ਫਟਕਾਰ ਪੈਂਦੀ ਹੈ। ਇੱਥੇ ਮਹਾਰਾਜ ਕਹਿੰਦੇ, ਜੇ ਮਿਲਣੇ ਨਾ ਬੋ ਤੇਰਾ ਲੋਚੀ ਹੈ, ਨਾ ਦੇਈ ਮਿਲਣ ਕਰਤਾਰੇ। ਜੇ ਕੋਈ ਬਥੇਰੀ ਤਾਂਗ ਵੀ ਕਰੇ, ਮਿਲਾਣ ਦੀ ਚਾਹਨਾ ਵੀ ਕਰੇ, ਪਾਤਸ਼ਾਹ ਜੀ ਕਹਿੰਦੇ ਉਹ ਮਿਲ ਨਹੀਂ ਸਕਦੇ ਕਰਤਾਰ ਨਾਲ, ਵਾਹਿਗੁਰੂ ਨਾਲ, ਨਾ ਉਹਨਾਂ ਨੂੰ ਮਿਲਣ ਦਿੰਦਾ। ਕਿਉਂ ਨਹੀਂ ਮਿਲ ਸਕਦੇ? ਸਤਿਗੁਰੂ ਮਹਾਰਾਜ ਅੱਗੇ ਵਿਚਾਰ ਦੇ ਰਹੇ ਨੇ, ਸਤ ਸੰਗਤ ਢੋਈ ਨਾ ਲਹਨ। ਉਹਨਾਂ ਨੂੰ ਸੰਗਤ ਵਿੱਚ ਵੀ ਢੋਈ ਨਹੀਂ ਮਿਲਦੀ। ਵਿੱਚ ਸੰਗਤ ਗੁਰ ਵਿਚਾਰੇ, ਕਿਉਂਕਿ ਸੰਗਤ ਵਿੱਚ ਗੁਰੂ ਦੀ ਵਿਚਾਰ ਚੱਲਦੀ ਹੈ ਨਾ। ਗੁਰੂ ਕੀ ਸੰਗਤ ਵਿੱਚ ਗੁਰੂ ਦੀ ਵਡਿਆਈ ਚੱਲਦੀ ਹੈ, ਗੁਰੂ ਦੀ ਵਿਚਾਰ ਇੱਥੇ ਆਪਾਂ ਕੋਈ ਸਰੀਰ ਦੀ ਥੋੜ੍ਹੀ ਉਪਮਾ ਕਰਦੇ ਹਾਂ, ਕਿਸੇ ਬੰਦੇ ਦੀ ਵਡਿਆਈ ਥੋੜ੍ਹੀ ਕਰਦੇ ਹਾਂ ਆਪਾਂ ਇੱਥੇ। ਨਾ ਮਹਾਰਾਜ ਨੇ ਸਾਨੂੰ ਕਿਹਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਪਮਾ ਕੇਵਲ ਗੁਰੂ ਦੀ ਹੈ। ਇੱਥੇ ਇਹੀ ਗੱਲ ਮਹਾਰਾਜ ਕਹਿ ਰਹੇ ਨੇ। ਮਹਾਰਾਜ ਕਹਿੰਦੇ
ਇਹੋ ਜਿਹੇ ਮਨੁੱਖ ਸੰਗਤ ਵਿੱਚ ਜਿਨ੍ਹਾਂ ਨੂੰ ਢੋਈ ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਕਿਉਂਕਿ ਮਹਾਰਾਜ ਕਹਿੰਦੇ ਉਹਨਾਂ ਨੂੰ ਸੰਗਤ ਵਿੱਚ ਢੋਈ ਨਹੀਂ ਮਿਲਦੀ। ਗੁਰੂ ਨੇ ਵੀ ਸੰਗਤ ਵਿੱਚ ਇਹ ਵਿਚਾਰ ਕੀਤੀ ਹੈ। ਗੁਰੂ ਵੀ ਸੰਗਤ ਅੰਦਰ ਇਹ ਵਿਚਾਰ ਦਿੰਦਾ, ਕਿਉਂਕਿ ਉਹ ਅੰਦਰੋਂ ਮਰ ਗਏ ਨੇ। ਸਰੀਰ ਤੁਰਿਆ ਫਿਰਦਾ, ਅੰਦਰੋਂ ਮਰੇ ਹੋਏ ਨੇ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ, ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਵੱਲੋਂ ਫਟਕਾਰੇ ਹੋਏ ਨੇ, ਮਾਰੇ ਹੋਏ ਨੇ, ਪਾਤਸ਼ਾਹ ਜੀ ਕਹਿੰਦੇ ਜੇ ਉਹਨਾਂ ਨੂੰ ਜਾ ਕੇ ਮਿਲੇ, ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਜਿਹੜਾ ਗੁਰੂ ਵੱਲੋਂ ਫਟਕਾਰਿਆ ਗਿਆ, ਗੁਰੂ ਵੱਲੋਂ ਮਾਰਿਆ ਗਿਆ, ਉਹ ਤਾਂ ਫਟਕਾਰਯੋਗ ਹੀ ਹੈ। ਉਹਦੇ ਨਾਲ ਰਹਿਣ ਵਾਲਾ ਵੀ, ਸੰਗਤ ਕਰਨ ਵਾਲਾ ਵੀ, ਉਹ ਭੂਤਨਾ ਬੇਤਾਲਾ ਬਣ ਜਾਂਦਾ, ਫਟਕਾਰਯੋਗ ਹੋ ਜਾਂਦਾ। ਕਿਉਂ? ਕਿਉਂਕਿ ਜਿਹੋ ਜੀ ਸੰਗਤ ਕਰਦਾ ਹੋ ਜਾ, ਉੱਤੇ ਅਸਰ ਪੈ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਗੁਰ ਬਾਬੇ ਫਿਟਕੇ ਸੇ ਫਿਟੇ, ਗੁਰੂ ਅੰਗਦ ਕੀਤੇ ਕੁੜਿਆਰੇ। ਜਿਹੜੇ ਬਾਬੇ ਨਾਨਕ ਨੇ ਫਿਟਕਾਰ ਦਿੱਤੇ, ਜਿਨ੍ਹਾਂ ਮਨੁੱਖਾਂ ਨੂੰ ਬਾਬੇ ਨਾਨਕ ਨੇ ਫਿਟਕਾਰਯੋਗ ਕਹਿ ਦਿੱਤਾ, ਇਹ ਕਰਾਰ ਦੇ ਦਿੱਤਾ ਵੀ ਇਹ ਮਨੁੱਖ ਫਿਟਕਾਰਯੋਗ ਨੇ, ਇਹ ਸਮਝਣ ਵਾਲੇ ਨਹੀਂ। ਮਹਾਰਾਜ ਕਹਿੰਦੇ ਗੁਰ ਅੰਗਦ ਕੀਤੇ ਕੁੜਿਆਰੇ। ਗੁਰੂ ਅੰਗਦ ਨੇ ਵੀ ਉਹਨਾਂ ਨੂੰ ਝੂਠੇ ਕਿਹਾ, ਕੁੜਿਆਰ ਕਿਹਾ। ਬਾਬੇ ਨਾਨਕ ਨੇ ਫਿਟਕਾਰਿਆ, ਗੁਰੂ ਅੰਗਦ ਨੇ ਵੀ ਫਿਟਕਾਰਿਆ ਵੀ ਭਾਈ ਇਹ ਫਿਟਕਾਰਯੋਗ ਨੇ। ਗੁਰ ਤੀਜੀ ਪੀੜ੍ਹੀ ਵਿਚਾਰਿਆ। ਤੀਜੀ ਪੀੜ੍ਹੀ ਗੁਰੂ ਅਮਰਦਾਸ ਮਹਾਰਾਜ। ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਤੀਜੀ ਪੀੜ੍ਹੀ ਅੰਦਰ ਆ ਕੇ ਤੀਸਰੀ ਜੋਤ ਗੁਰੂ ਨਾਨਕ ਦੀ, ਗੁਰੂ ਅਮਰਦਾਸ ਮਹਾਰਾਜ। ਪਾਤਸ਼ਾਹ ਜੀ ਕਹਿ ਰਹੇ ਨੇ ਤੀਜੀ ਪੀੜ੍ਹੀ ਅੰਦਰ ਇਹ ਗੱਲ ਚੱਲੀ, ਵਿਚਾਰੀ ਗਈ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਹੱਥ ਵਿੱਚ ਕੀ ਹੈ? ਜੋ ਇਹਨਾਂ ਨੇ ਸੰਸਕਾਰ ਬਣਾ ਲਏ, ਜੋ ਕਰਮ ਬਣਾ ਲਏ, ਉਹ ਇਹਨਾਂ ਦੇ ਮੂਹਰੇ ਆ ਰਹੇ ਨੇ। ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਿਚਾਰ ਦਿੱਤੀ ਹੈ, ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਚੌਥੀ ਪੀੜ੍ਹੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ। ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ, ਇਨ੍ਹਾਂ ਕੰਗਾਲਾਂ ਦੇ ਕੀ ਬਸ ਹੈ। ਸੋ ਉਸਨੇ ਸਾਰੇ ਨਿੰਦਕ ਦੁਸ਼ਟ ਤਾਰ ਦਿੱਤੇ ਨੇ, ਭਾਵ ਹੰਕਾਰੀ ਵੀ, ਫਿਟਕਾਰੇ ਹੋਏ ਵੀ। ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਹੰਕਾਰੀ, ਤਰਕਾਰਯੋਗ, ਫਿਟਕਾਰਯੋਗ ਤਰ ਜਾਂਦੇ ਨੇ। ਸਾਡੀ ਆਦਤ ਪਤਾ ਕੀ ਹੁੰਦੀ ਹੈ? ਦੁਨੀਆ ਅੰਦਰ ਜਦੋਂ ਅਸੀਂ ਵਿਚਰਦੇ ਹਾਂ, ਸੰਸਾਰ ਦਾ ਬਹੁਤਾ ਹਿੱਸਾ ਆਪਾਂ ਕਈ ਵਾਰ ਵੇਖਦੇ ਹਾਂ ਵੀ ਮਨੁੱਖ ਤੋਂ ਜ਼ਿੰਦਗੀ ਅੰਦਰ ਪਤਾ ਨਹੀਂ ਕਿੰਨੀਆਂ ਗਲਤੀਆਂ ਹੁੰਦੀਆਂ ਨੇ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਇੱਕ ਬੰਦਾ ਜਾਣ ਬੁੱਝ ਕੇ ਵਾਰ-ਵਾਰ ਇੱਕੋ ਗਲਤੀ ਕਰਦਾ ਰਹਿੰਦਾ ਹੈ। ਆਪਾਂ ਉਹਨੂੰ ਕਹਿੰਦੇ ਵੀ ਅੱਜ ਫੇਰ ਤਾਂ ਇਹ ਕੰਮ ਕਰ ਦਿੱਤਾ। ਉਹ ਤਾਂ ਉਹਨੂੰ ਪਤਾ ਵੀ ਉਹ ਜਾਣ ਬੁੱਝ ਕੇ ਕਰ ਰਿਹਾ ਨਾ, ਜਾਣ ਕੇ ਅਣਜਾਣ ਬਣਦਾ। ਇੱਕ ਬੰਦੇ ਤੋਂ ਜਦੋਂ ਸੰਸਾਰ ਅੰਦਰ ਜ਼ਿੰਦਗੀ ਬਤੀਤ ਕਰਦੇ ਕੋਈ ਗਲਤੀ ਹੋ ਗਈ, ਅਸੀਂ ਇੱਕੋ ਗੱਲ ਚੱਕ ਲੈਂਦੇ ਵੀ ਇਸ ਬੰਦੇ ਨੇ ਆਹ ਕੰਮ ਮਾੜਾ ਕੀਤਾ। ਉਹਦੇ 99 ਕੀਤੇ ਕੰਮ ਸਾਰੇ ਖੇ ਹੋ ਜਾਂਦੇ ਨੇ। ਇਹ ਕੰਮ ਸਾਡੇ ਚੇਤੇ ਰਹਿ ਗਿਆ ਵੀ ਇਹਨੇ ਆਹ ਮਾੜਾ ਕੀਤਾ। 99 ਦਾ ਸਾਨੂੰ ਕੋਈ ਪਤਾ ਨਹੀਂ ਵੀ 99 ਚੰਗੇ ਵੀ ਕੀਤੇ ਨੇ। ਇੱਥੇ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ, ਸਤਿਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਕੋ ਨਿੰਦਕ, ਕੋ ਦੁਸ਼ਟ, ਕੋ ਹੰਕਾਰੀ, ਅਪਰਾਧੀ, ਮਹਾਰਾਜ ਕਹਿੰਦੇ ਚੌਥੀ ਪੀੜ੍ਹੀ ਆ ਕਰਕੇ ਉਹਨਾਂ ਨੂੰ ਗੁਰੂ ਨੇ ਬਖਸ਼ ਦਿੱਤਾ, ਤਾਰ ਦਿੱਤਾ। ਅੱਗੇ ਮਹਾਰਾਜ ਨੇ ਸ਼ਬਦ ਵਰਤਿਆ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਜੇ ਕੋਈ ਪੁੱਤ, ਜੇ ਕੋਈ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਨਾ, ਉਹਦੇ ਸਾਰੇ ਕਾਰਜ ਸਵਰ ਜਾਂਦੇ ਨੇ। ਅੱਗੇ ਮਹਾਰਾਜ ਕਹਿੰਦੇ
ਜੋ ਇੱਛਾ ਸੋ ਫਲ ਪਾਈ ਸੀ। ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਪਾਤਸ਼ਾਹ ਜੀ ਕਹਿ ਰਹੇ ਨੇ ਪੁੱਤਰ, ਧਨ ਅਤੇ ਲక్ష్ਮੀ ਦਾ ਅਰਥ ਹੁੰਦਾ ਜੀ ਪੈਸਾ। ਜਿਸ ਵੀ ਸ਼ੈ ਦੀ ਉਹ ਇੱਛਾ ਕਰੇ ਉਹਨੂੰ ਸਭ ਕੁਝ ਮਿਲ ਜਾਂਦਾ, ਸਭ ਕੁਝ ਹਾਸਲ ਉਹ ਕਰ ਲੈਂਦਾ ਜੋ ਕਿ ਪੂਰੇ ਗੁਰੂ ਦੀ ਸੇਵਾ ਵਿੱਚ ਲੱਗਦਾ ਜੁੜਦਾ। ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰ ਧਾਰੇ। ਇਹ ਏਡਾ ਵੱਡਾ ਖਜ਼ਾਨਾ ਸਤਿਗੁਰੂ ਵਿੱਚ ਹੈ, ਜਿਹਦੇ ਅੰਦਰ ਜਿਸ ਮਨੁੱਖ ਨੇ ਖਜ਼ਾਨਾ ਆਪਣੇ ਅੰਦਰੋਂ ਵੇਖ ਲਿਆ ਉਹ ਸੰਸਾਰ ਅੰਦਰੋਂ ਤਰ ਜਾਂਦਾ ਹੈ। ਮਹਾਰਾਜ ਕਹਿ ਰਹੇ ਨੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ। ਜਿਸ ਬੰਦੇ ਨੇ ਮੱਥੇ ਦਾ ਭਾਗ ਜਾਗ ਪਿਆ, ਮੱਥੇ ਦੇ ਲੇਖ ਜਾਗ ਪਏ। ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ। ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਦੀ, ਉਹਨਾਂ ਮਿੱਤਰਾਂ ਦੀ ਧੂੜ ਮੰਗਦਾ, ਸੰਗਤ ਮੰਗਦਾ ਜਿਹੜੇ ਗੁਰੂ ਦਾ ਪੱਲਾ ਫੜ ਕੇ ਤਰ ਜਾਂਦੇ ਨੇ, ਗੁਰੂ ਵਾਲੇ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਪੂਰੇ ਸਤਿਗੁਰੂ ਤੋਂ ਮੱਥੇ ਦਾ ਲੇਖ ਲਿਖਵਾ ਲੈਂਦੇ ਨੇ। ਮੱਥੇ ਦਾ ਲੇਖ, ਮੱਥੇ ਦਾ ਭਾਗ ਬਹੁਤ ਵਾਰ ਸ਼ਬਦ ਆਉਂਦਾ ਜੀ। ਜਿਨ੍ਹਾਂ ਨੇ ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ ਰੂਪੀ ਲੇਖ ਜਦੋਂ ਉਗੜਦੇ ਨੇ। ਹੁਣ ਜਦੋਂ ਪਿਛਲੇ ਕੰਮਾਂ ਦੀ ਗੱਲ ਕਰਦੇ ਆ ਨਾ, ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਅਸੀਂ ਜਨਮੇ ਨਹੀਂ ਸੀ, ਸਾਡਾ ਪਿਛਲਾ ਜਨਮ ਸੀ ਜਿਹੜਾ ਉਹਦੇ ਅੰਦਰ ਕੋਈ ਕੰਮ ਕੀਤਾ ਸੀ, ਸਾਡਾ ਖਿਆਲ ਉਧਰ ਚਲਾ ਜਾਂਦਾ ਹੈ। ਗੁਰਬਾਣੀ ਨੇ ਇਸ ਮਨੁੱਖਾ ਜਨਮ ਦੀ ਗੱਲ ਕੀਤੀ ਹੈ ਜੀ। ਅਕਸਰ ਬੇਨਤੀ ਕਰਦਾ, ਪਿਛਲੇ ਜਨਮ ਦੇ ਬਾਰੇ ਕਿਸੇ ਨੂੰ ਕੋਈ ਪਤਾ ਹੈ? ਨਹੀਂ। ਵਾਧੂ ਦੀਆਂ ਕਹਾਣੀਆਂ, ਸਟੋਰੀਆਂ ਆਪਾਂ ਵੇਖਦੇ ਹਾਂ, ਪਰ ਪਿਛਲਾ ਜਨਮ ਕਿਹਨੇ ਵੇਖਿਆ ਸਾਨੂੰ ਤਾਂ ਕੋਈ ਪਤਾ ਨਹੀਂ ਹੈ। ਆਗਿਆ ਪਾਤਸ਼ਾਹ ਬਾਣੀ ਅੰਦਰ ਸ਼ਬਦ ਬਹੁਤ ਵਾਰ ਪੜਾਂਗੇ, ਵਿਚਾਰਾਂਗੇ। ਇਹਦਾ ਅਰਥ ਹੈ ਇਸ ਮਨੁੱਖਾ ਜ਼ਿੰਦਗੀ ਨੂੰ ਸਵਾਰ। ਕੁਝ ਅਲੰਕਾਰਾਂ ਦੇ ਵਿੱਚ, ਕੁਝ ਪ੍ਰਤੀਕਾਂ ਦੇ ਵਿੱਚ ਮਹਾਰਾਜ ਨੇ ਗੱਲ ਕੀਤੀ ਹੈ ਆਹ ਮਨੁੱਖਾ ਸਰੀਰ ਨੂੰ ਸੋਹਣਾ ਬਣਾਉਣ ਦੀ। ਤੁਸੀਂ ਵੇਖੋਗੇ ਕਈ ਬੰਦੇ ਇਸ ਕਰਕੇ ਨਹੀਂ ਸੁਧਰਨਾ ਚਾਹੁੰਦੇ। ਵੇਖੋ ਜੀ ਸਾਡੇ ਪਿਛਲੇ ਕਰਮਾਂ ਦਾ ਲੇਖ ਹੈ। ਜੇ ਕੋਈ ਆਖੇ ਤੂੰ ਫਲਾਣਾ ਨਸ਼ਾ ਵਰਤਦਾ, ਫਲਾਣੀ ਚੀਜ਼ ਵਰਤਦਾ, ਸਾਡੇ ਪਿਛਲੇ ਕਰਮਾਂ ਦਾ ਲੇਖ ਹੈ। ਅਸੀਂ ਇਹ ਗੱਲ ਕਹਿ ਕੇ ਆਪਣੀ ਆਦਤ ਨੂੰ ਨਹੀਂ ਬਦਲਦੇ, ਚੰਗੇ ਕੰਮਾਂ ਤੋਂ ਪਾਸਾ ਵੱਟ ਲੈਨੇ ਆ। ਸਤਿਗੁਰੂ ਮਹਾਰਾਜ ਇੱਥੇ ਅੱਗੇ ਵਿਚਾਰ ਦੇ ਰਹੇ ਨੇ ਜੀ ਅਗਲੇ ਸ਼ਲੋਕ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਅਗਲੇ ਸ਼ਲੋਕ ਅੰਦਰ, ਸ਼ਲੋਕ ਮਹਲਾ ਚੌਥਾ, ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਏ। ਜਿਨ੍ਹਾਂ ਨੂੰ ਗੁਰੂ ਵਡਿਆਈ ਦਿੰਦਾ ਨਾ, ਜਿਨ੍ਹਾਂ ਨੂੰ ਗੁਰੂ ਮਿਹਰ ਕਰਦਾ ਜਿਨ੍ਹਾਂ ਦੇ ਉੱਤੇ, ਪਾਤਸ਼ਾਹ ਜੀ ਕਹਿ ਰਹੇ ਨੇ ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਏ। ਸੰਸਾਰ ਵੀ ਉਹਨਾਂ ਦੇ ਚਰਨਾਂ ਤੇ ਪੈ ਜਾਂਦਾ ਹੈ, ਸੰਸਾਰ ਵੀ ਉਹਨਾਂ ਦੀ ਚਰਨੀ ਪੈ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਵਡਿਆਈ ਦਿੰਦਾ। ਸੰਸਾਰ ਅੰਦਰ, ਦੁਨੀਆ ਅੰਦਰ ਜਦੋਂ ਅਸੀਂ ਭਗਤਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਜੀ, ਭਗਤ ਕਬੀਰ ਸਾਹਿਬ ਦੀ ਬਾਣੀ ਪੜ੍ਹੋ, ਭਗਤ ਨਾਮਦੇਵ ਦੀ ਬਾਣੀ ਪੜ੍ਹੋ, ਭਗਤ ਸੈਣ ਜੀ, ਭਗਤ ਸਦਨਾ ਪੀਪਾ ਜੀ। ਦੁਨੀਆ ਦੇ ਅੰਦਰ, ਸੰਸਾਰ ਅੰਦਰ ਇਹਨਾਂ ਭਗਤਾਂ ਨਾਲ ਬਹੁਤ ਤਸ਼ੱਦਦ ਕੀਤਾ ਗਿਆ। ਵੇਖੋ ਜੀ ਇਹ ਫਲਾਣੇ ਘਰ ਪੈਦਾ ਹੋਇਆ, ਇਹ ਨੀਵੀਂ ਜ਼ਾਤ ਵਾਲਾ, ਇਹ ਫਲਾਣੇ ਘਰ ਪੈਦਾ ਹੋਇਆ, ਪਰ ਐਸੀ ਕਿਰਪਾ ਕਰ ਦਿੱਤੀ ਉਸ ਅਕਾਲ ਪੁਰਖ ਵਾਹਿਗੁਰੂ ਨੇ। ਅੱਜ ਦੁਨੀਆ ਦੇ ਵੱਡੇ ਵੱਡੇ ਧਨਾੜ ਲੋਕ ਉਹਨਾਂ ਦੇ ਚਰਨਾਂ ਅੰਦਰ ਨਮਸਕਾਰ ਕਰਦੇ ਨੇ, ਉਹਨਾਂ ਦੀ ਕਮਾਈ ਅੱਗੇ ਸਿਰ ਝੁਕਾਉਂਦੇ ਨੇ। ਜਿਹੜੇ ਕਹਿੰਦੇ ਸੀ ਇਹ ਫਲਾਣਾ ਜੀ, ਇਹ ਫਲਾਣਾ, ਵੱਡੇ ਵੱਡੇ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਲੋਕ, ਗੁਰੂ ਦੇ ਸ਼ਬਦ ਅੱਗੇ ਉਹਨਾਂ ਦਾ ਸਿਰ ਝੁਕ ਜਾਂਦਾ ਹੈ, ਉਹਨਾਂ ਦੀ ਕਮਾਈ ਅੱਗੇ ਸਿਰ ਝੁਕ ਗਿਆ। ਇਹ ਕਿਰਪਾ ਰਹਿਮਤ ਸਭ ਗੁਰੂ ਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਹੈ। ਇੱਥੇ ਆਪਾਂ ਬਚਨ ਪੜ੍ਹ ਰਹੇ ਸੀ ਵੀ ਗੁਰੂ ਹੀ ਵਡਿਆਈ ਦਿੰਦਾ ਹੈ। ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤੋਂ ਚੌਂਕਟ ਮਾਨੈ। ਜਿਹਨੂੰ ਕੋਈ ਜਾਣਦਾ ਨਹੀਂ ਸੀ, ਜਿਹਨੂੰ ਕੋਈ ਪਛਾਣਦਾ ਨਹੀਂ ਸੀ, ਜਦੋਂ ਬੰਦਗੀ ਅੰਦਰ ਜੁੜ ਗਿਆ, ਚੌਂ ਕੁੰਟਾਂ ਦੇ ਅੰਦਰ ਉਹਦਾ ਨਾਮ ਪ੍ਰਗਟ ਹੋ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਡਰੀਏ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਮਹਾਰਾਜ ਕਹਿੰਦੇ ਜੇ ਅਸੀਂ ਕੁਝ ਆਪਣੇ ਵੱਲੋਂ ਕਰਿਆ ਹੋਵੇ ਤਾਂ ਸਾਨੂੰ ਕੋਈ ਡਰ ਹੋਵੇ। ਇਹ ਤਾਂ ਕਰਤੇ ਦੀ ਕਲਾ ਵਰਤ ਰਹੀ ਹੈ, ਰੱਬ ਦੀ ਕਲਾ ਵਰਤ ਰਹੀ ਹੈ, ਉਹ ਵਡਿਆਈ ਦੇਣ ਵਾਲਾ। ਦੇਖੋ ਭਾਈ, ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ, ਇਹ ਸੰਸਾਰ ਇੱਕ ਅਖਾੜਾ ਹੈ ਪ੍ਰੀਤਮ ਦਾ।
ਉਸ ਅਕਾਲ ਪੁਰਖ ਵਾਹਿਗੁਰੂ ਦਾ, ਜਿਨ ਆਪਣੇ ਜ਼ੋਰ ਸਭ ਆਣ ਨਿਵਾਏ, ਜਿਹਨੇ ਆਪਣੇ ਜ਼ੋਰ ਨਾਲ, ਜਿਹੜਾ ਕੋਈ ਅੜਦਾ ਸੀ ਨਾ ਉਹਨੂੰ ਵੀ ਨਿਵਣਾ ਪੈ ਗਿਆ ਗੁਰੂ ਅੱਗੇ, ਉਹਨੂੰ ਵੀ ਨਿਵਣਾ ਪੈ ਗਿਆ, ਨਮਸਕਾਰ ਕਰਨੀ ਪੈ ਗਈ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ। ਆਪਣਿਆਂ ਭਗਤਾਂ ਦੀ ਸੁਆਮੀ ਪਰਮੇਸ਼ਰ ਰੱਖਿਆ ਕਰਦਾ ਹੈ, ਨਿੰਦਕਾਂ ਦੇ ਦੁਸ਼ਟਾਂ ਦੇ ਮੂੰਹ ਕਾਲੇ ਵੀ ਕਰਦਾ ਹੈ। ਆਪਣੇ ਜਨ ਦੀ, ਆਪਣੇ ਸੇਵਕ ਦੀ, ਆਪਣੇ ਪਿਆਰੇ ਦੀ ਪੱਤ ਢੱਕਦਾ ਗੁਰੂ। ਜਿਹੜੇ ਲੋਕ ਸੇਵਕ ਦੀ, ਭਗਤ ਦੀ ਨਿੰਦਿਆ ਕਰਦੇ ਨੇ ਨਾ, ਰੱਬ ਦੇ ਪਿਆਰੇ ਦੀ ਨਿੰਦਿਆ ਕਰਦੇ ਨੇ, ਗੁਰੂ ਉਹਨਾਂ ਦੇ ਮੂੰਹ ਕਾਲੇ ਵੀ ਕਰ ਦਿੰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ, ਉਹਨਾਂ ਦੇ ਮੂੰਹ ਕਾਲੇ ਵੀ ਕਰਦਾ ਗੁਰੂ। ਸਤਿਗੁਰੂ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤਨ ਤੇ ਆਪ ਕਰਾਏ। ਇੱਥੇ ਸਵਾਈ ਸ਼ਬਦ ਫੇਰ ਆ ਗਿਆ ਜੀ। 3-4 ਸਲੋਕਾਂ ਅੰਦਰ ਲੜੀ ਬਾਰੇ ਸ਼ਬਦ ਆਉਂਦਾ ਹੈ। ਇੱਥੇ ਵੀ ਸਵਾਈ ਦਾ ਅਰਥ ਹੈ ਵੱਧਦਾ, ਵੱਧ। ਪਾਤਸ਼ਾਹ ਜੀ ਕਹਿ ਰਹੇ ਨੇ, ਸਤਿਗੁਰੂ ਕੀ ਵਡਿਆਈ ਨਿਤ ਚੜ੍ਹੈ ਸਵਾਈ। ਸਤਿਗੁਰ ਦੀ ਵਡਿਆਈ ਵੱਧਦੀ ਹੈ, ਸਵਾਈ ਹੁੰਦੀ ਹੈ। ਹਰ ਭਗਤ, ਹਰ ਕੀਰਤ ਭਗਤਨ ਤੇ ਆਪ ਕਰਾਏ। ਪਾਤਸ਼ਾਹ ਜੀ ਕਹਿੰਦੇ ਆਪਣੀ ਕੀਰਤੀ, ਆਪਣੀ ਭਗਤੀ ਸਤਿਗੁਰੂ ਪਾਸੋਂ ਆਪ ਕਰਾਉਂਦਾ ਹੈ। ਅੱਗੇ ਮਹਾਰਾਜ ਕਹਿੰਦੇ, ਆਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰੂ ਘਰੀ ਵਸਾਏ। ਹਰ ਰੋਜ਼ ਹਰ ਵੇਲੇ ਹੀ ਗੁਰਮੁਖ ਪਿਆਰਿਓ, ਉਸ ਮਾਲਕ ਦਾ, ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਸਿਰਜਣਹਾਰ ਪ੍ਰਮਾਤਮਾ ਇਹੋ ਜਿਹਾ ਸਤਿਗੁਰੂ ਤੁਹਾਡੇ ਹਿਰਦੇ ਵਿੱਚ ਵਸ ਰਿਹਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕੇਵਲ ਬਾਣੀ ਨੂੰ ਮਹਾਰਾਜ ਕਹਿੰਦੇ, ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਸਤਿਗੁਰੂ ਦੀ ਬਾਣੀ ਨੂੰ ਸਤ ਕਰਕੇ ਕਬੂਲ ਕਰੋ। ਕਈ ਵਾਰ ਆਪਾਂ ਕਹਿੰਦੇ ਵੀ ਸਤ ਬਚਨ ਕਬੂਲ ਹੈ ਜੀ, ਅੱਗੇ ਮੇਰਾ ਕੋਈ ਸਵਾਲ ਨਹੀਂ ਹੈ। ਜਦੋਂ ਆਪਾਂ ਕਹਿੰਦੇ ਵੀ ਸਤ ਬਚਨ, ਵੀ ਹੁਣ ਮੇਰਾ ਕੋਈ ਸਵਾਲ ਮੁੱਕ ਗਿਆ। ਮਹਾਰਾਜ ਕਹਿੰਦੇ ਗੁਰੂ ਦੀ ਬਾਣੀ ਨੂੰ ਵੀ, ਇਹ ਗੁਰੂ ਕੇ ਪਿਆਰਿਓ ਸਿੱਖੋ, ਸਤ ਕਰਕੇ ਮੰਨਿਆ ਕਰੋ, ਤਾਂ ਹੀ ਫਾਇਦਾ ਹੈ ਇੱਥੇ ਬੈਠਣ ਦਾ। ਫਿਰ ਕੀ ਪਾਤਸ਼ਾਹ ਜੀ ਕਹਿੰਦੇ, ਹਰ ਕਰਤਾ ਆਪ ਮੂੰਹ ਕਢਾਏ। ਸਿਰਜਣਹਾਰ ਪ੍ਰਭੂ ਆਪਣੀ ਬਾਣੀ ਆਪ ਮੂੰਹ ਤੋਂ ਕਢਵਾਉਂਦਾ ਹੈ, ਆਪ ਉਹ ਸਾਡੇ ਕੋਲੋਂ ਬਾਣੀ ਗਵਾਉਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਗੁਰ ਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਗੁਰ ਸਿੱਖਾਂ ਕੇ ਮੂੰਹ ਉਜਲੇ, ਆਪਾਂ ਬਚਨ ਪੜ੍ਹਦੇ ਹਾਂ ਜੀ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਉੱਪਰ ਸ਼ਬਦ ਆਉਂਦਾ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਉਜਲੇ ਮੂੰਹ ਕਿਹਨਾਂ ਦੇ ਹੁੰਦੇ ਨੇ? ਪਵਿੱਤਰ ਕਹਿ ਲਓ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਵਚਨ ਦੇ ਅੰਦਰ, ਪਿਆਰਾ ਪ੍ਰਮਾਤਮਾ ਗੁਰਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿੱਚ ਸਭਨੀ ਪਾਸੀ ਸਤਿਗੁਰੂ ਦੀ ਜਿੱਤ ਕਰਵਾਉਂਦਾ ਹੈ। ਜਿੱਤ ਹੁੰਦੀ ਹੈ ਗੁਰੂ ਦੀ, ਅਤੇ ਗੁਰੂ ਨਾਲ ਜੁੜਨ ਵਾਲਿਆਂ ਦੀ ਵੀ ਜਿੱਤ ਹੁੰਦੀ ਹੈ, ਜਿਹੜੇ ਪੂਰੇ ਗੁਰੂ ਨਾਲ ਜੁੜਦੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ, ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ, ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਜਨ ਨਾਨਕ, ਹੇ ਵਾਹਿਗੁਰੂ ਤੇਰਾ ਦਾਸ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਹਰ ਦਾਸਨ ਕੀ ਹਰ ਪੈਜ ਰਖਾਏ। ਆਪਣੇ ਦਾਸ ਦੀ, ਆਪਣੇ ਪਿਆਰੇ ਦੀ ਪੈਜ ਵੀ ਤੂੰ ਰੱਖਣ ਵਾਲਾ ਹੈ। ਅੱਗੇ ਪੌੜੀ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਤੂੰ ਸੱਚਾ ਸਾਹਿਬ ਆਪ ਹੈ, ਸੱਚ ਸਾਹ ਹਮਾਰੇ। ਤੂੰ ਸਾਡਾ ਸਾਹਿਬ ਹੈ, ਸੱਚਾ ਹੈ, ਸਾਡਾ ਸ਼ਾਹ ਹੈ। ਸੱਚੀ ਪੂੰਜੀ ਨਾਮ ਦਰੜਾਏ, ਪ੍ਰਭ ਬਣਜਾਰੇ ਥਾਰੇ। ਤੂੰ ਸੱਚੀ ਪੂੰਜੀ ਨਾਮ ਵਾਲੀ ਦੇਣ ਵਾਲਾ ਵੀ ਤੂੰ ਹੈ। ਅਸੀਂ ਤੇਰੇ ਬਣਜਾਰੇ ਹਾਂ, ਅਸੀਂ ਵਪਾਰ ਕਰਨ ਵਾਸਤੇ ਆਏ ਹਾਂ ਨਾਮ ਦਾ। ਸੱਚ ਸੇਵੈ ਸੱਚ ਬਣੰਜਲ ਹੈ, ਗੁਣ ਕਥੈ ਵਿਚਾਰੇ ਨਿਰਾਰੇ। ਪਾਤਸ਼ਾਹ ਜੀ ਕਹਿੰਦੇ, ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ, ਸੱਚ ਦਾ ਵਣਜ ਕਰਕੇ, ਗੁਣਾਂ ਨੂੰ ਜ਼ਿੰਦਗੀ ਅੰਦਰ ਵਸਾ ਕੇ,
ਉਸ ਮਾਲਕ ਨੂੰ ਗਾਵੀਏ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ ਸੇਵਕ ਭਾਏ ਸੇ ਜਨ ਮਿਲੇ। ਸੇਵਕ ਭਾ ਗਏ, ਪਿਆਰੇ ਲੱਗਣ ਲੱਗ ਪਏ, ਜਿਹੜੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਸਵਾਰ ਲੈਂਦੇ ਨੇ। ਤੂੰ ਸੱਚਾ ਸਾਹਿਬ ਅਲੱਖ ਹੈ, ਗੁਰ ਸ਼ਬਦ ਲਖਾਰੇ। ਪਾਤਸ਼ਾਹ ਜੀ ਕਹਿੰਦੇ ਤੂੰ ਸੱਚਾ ਮਾਲਕ ਹੈ, ਤੈਨੂੰ ਕੋਈ ਸਮਝ ਨਹੀਂ ਸਕਦਾ, ਪਰ ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈ ਜਾਂਦੀ ਹੈ। ਸਤਿਗੁਰੂ ਦੇ ਸ਼ਬਦ ਦੁਆਰਾ, ਗੁਰਬਾਣੀ ਦੇ ਦੁਆਰਾ ਤੇਰੇ ਬਾਰੇ ਸੂਝ ਆ ਗਈ, ਸਮਝ ਆ ਗਈ, ਪਤਾ ਲੱਗ ਗਿਆ ਹੇ ਰੱਬ ਤੂੰ ਕਿਹੋ ਜਿਹਾ ਹੈ, ਕਿਸ ਤਰ੍ਹਾਂ ਤੈਨੂੰ ਪਾਈਏ, ਕਿਸ ਤਰ੍ਹਾਂ ਤੈਨੂੰ ਚੇਤੇ ਕਰੀਏ, ਯਾਦ ਕਰੀਏ। ਗੁਰੂ ਕਿਰਪਾ ਕਰੇ ਜੀ। ਇਸੇ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, ਗੁਰਬਾਣੀ ਦੀ ਵਿਚਾਰ, ਗੌੜੀ ਕੀ ਵਾਰ ਮਹਿਲਾ ਚੌਥਾ, ਚੌਥੇ ਪਾਤਸ਼ਾਹ ਦੀ ਬਾਣੀ ਲੜੀਵਾਰ ਆਪਾਂ ਵਿਚਾਰਦੇ ਹਾਂ। ਚੌਥੇ ਪਾਤਸ਼ਾਹ ਦਾ ਇਤਿਹਾਸ ਵੀ ਆਪਾਂ ਲੜੀਵਾਰ ਵਿਚਾਰ ਰਹੇ ਹਾਂ ਜੀ। ਕੱਲ੍ਹ ਆਪਾਂ ਜਿਹੜੀ ਵਿਚਾਰ ਕੀਤੀ ਸੀ ਅੰਮ੍ਰਿਤਸਰ ਸਾਹਿਬ ਬਾਰੇ ਆਪਾਂ ਸੰਖੇਪ ਅੰਦਰ ਜਿਹੜੀ ਵਿਚਾਰ ਕਰ ਰਹੇ ਸੀ। ਸਤਿਗੁਰ ਮਹਾਰਾਜ ਉੱਥੋਂ ਦੀ ਸੇਵਾ, ਉੱਥੋਂ ਦੇ ਜਿਹੜੇ ਕਾਰਜ ਨੇ, ਜਿੰਨੇ ਵੀ, ਭਾਵੇਂ ਲੰਗਰ ਦੇ ਪ੍ਰਬੰਧ ਦੀ ਗੱਲ ਕਰ ਲਓ, ਭਾਵੇਂ ਸੰਗਤਾਂ ਦੇ ਰਹਿਣ